ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਐਨਆਰਆਈਜ਼ ਦੇ ਇਸ ਖਾਸ ਪ੍ਰੋਗਰਾਮ ਦੀ ਅਗਲੀ ਲੜੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਫੈਮਾ ਤੇ, ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇਨਕਮ ਟੈਕਸ ਤੇ। ਇਨਕਮ ਟੈਕਸ ਜੋ ਕਿ ਬਹੁਤ ਜ਼ਰੂਰੀ ਚੀਜ਼ ਹੈ, ਔਰ ਐਨਆਰਆਈਜ਼ ਜਿਹੜੇ ਖਾਸ ਕਰ ਸਾਡੇ ਭੈਣ ਤੇ ਭਰਾ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਰਹਿੰਦੀਆਂ ਨੇ ਇਨਕਮ ਟੈਕਸ ਪੇ ਕਰਨ ਦੇ ਵਿੱਚ, ਯਾਨੀ ਕਿ ਟੈਕਸੇਸ਼ਨ ਪੇ ਕਰਨ ਦੇ ਵਿੱਚ। ਸੋ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਾਡੇ ਮਾਹਿਰ ਸੀਏ ਨਿਪਨ ਬਲਸਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਇਸ ਮੁੱਦੇ ਉੱਤੇ, ਇਸ ਮਸਲੇ ਉੱਤੇ ਗੱਲਬਾਤ ਕਰਨਗੇ ਉਹ ਸਾਡੇ ਨਾਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਸੋ ਇਨਕਮ ਟੈਕਸ ਦੀ ਜਦੋਂ ਗੱਲ ਆਉਂਦੀ ਹੈ, ਸਭ ਤੋਂ ਪਹਿਲੇ ਤੇ ਮੈਂ ਚਾਹੂੰਗੀ ਕਿ ਅਸੀਂ ਬੇਸਿਕ ਤੋਂ ਹੀ ਸ਼ੁਰੂ ਕਰੀਏ। ਇਨਕਮ ਟੈਕਸ ਬੇਸਿਕਲੀ ਹੁੰਦਾ ਕੀ ਹੈ ਔਰ ਕਿਸ ਤਰ੍ਹਾਂ ਲੋਕਾਂ ਨੂੰ ਟੈਕਸ ਪੇ ਕਰਨਾ ਹੁੰਦਾ ਹੈ? ਨੇਹਾ ਜੀ, ਇਨਕਮ ਟੈਕਸ ਐਕਟ ਇੰਡੀਆ ਦੇ ਵਿੱਚ 1961 ਦਾ ਲਾਅ ਹੈਗਾ, 1961 ਦਾ। ਇਨਕਮ ਟੈਕਸ ਖੁਦ ਹੀ ਡਿਫਾਈਨ ਕਰਦਾ ਕਿ ਜੇ ਤੁਹਾਡੀ ਇਨਕਮ ਹੈਗੀ ਇੰਡੀਆ ਦੇ ਵਿੱਚ, ਉਹਦੇ ਉੱਪਰ ਟੈਕਸ ਪੇ ਕਰਨਾ। ਜਿੱਦਾਂ ਤੁਸੀਂ ਤੇ ਮੈਂ ਰੈਜ਼ੀਡੈਂਟ ਹੈ, ਜੇ ਆਪਣੀ ਸਾਲ ਦੀ 2.5 ਲੱਖ ਤੋਂ ਉੱਪਰ ਦੀ ਰਿਟਰਨ ਹੈਗੀ ਹੈ, ਆਪਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਲੋੜ ਹੈਗੀ ਹੈ। ਸੇਮ ਵਿਦ ਐਨਆਰਆਈਜ਼, ਜੇ ਉਹਨਾਂ ਦੀ 2.5 ਲੱਖ ਤੋਂ ਉੱਪਰ ਇਨਕਮ ਹੈਗੀ ਹੈ ਤੇ ਉਹਨਾਂ ਨੂੰ ਟੈਕਸ ਰਿਟਰਨ ਭਰਨੀ ਚਾਹੀਦੀ ਹੈ, ਜੋ ਟੈਕਸ ਬੰਦਾ ਨੂੰ ਜਮ੍ਹਾਂ ਕਰਾਉਣਾ ਚਾਹੀਦਾ ਜੀ। ਐਨਆਰਆਈਜ਼ ਨੂੰ ਕੀ ਇਸ ਦੇ ਕੁਝ ਬੈਨੀਫਿਟਸ ਵੀ ਹੈਗੇ ਆ? ਬਹੁਤ ਬੈਨੀਫਿਟਸ ਨੇ ਜੀ ਐਨਆਰਆਈਜ਼ ਨੂੰ। ਅਸੀਂ ਮੋਟਾ ਜੇ ਗੱਲ ਕਰੀਏ, ਜੇ ਐਨਆਰਆਈ ਦੀ ਕੋਈ ਐਨਆਰਈ ਖਾਤਾ ਹੈਗਾ ਇੰਡੀਆ ਦੇ ਵਿੱਚ, ਕੋਈ ਐਫਸੀਐਨਆਰ ਖਾਤਾ, ਕੋਈ ਆਰਐਫਸੀ ਅਕਾਊਂਟ ਹੈਗਾ, ਉਹਦੇ ਉੱਪਰ ਨੇਹਾ ਜੀ ਕੋਈ ਟੈਕਸ ਨਹੀਂ ਹੈਗਾ ਜੀ। ਜੇ ਤੁਹਾਡੀ 1 ਕਰੋੜ ਦੀ ਵੀ ਇਨਕਮ ਹੈਗੀ ਆਮਦਨ ਇਸ ਅਕਾਊਂਟਾਂ ਚੋਂ ਵਿਆਜ ਦੀ, ਦੇयर इज नो ਟੈਕਸ। ਨੰਬਰ 2, ਜੇ ਐਨਆਰਆਈਜ਼ ਕੋਈ ਪ੍ਰਾਪਰਟੀ ਬੇਸਡ ਨੇ ਇੰਡੀਆ ਦੇ ਵਿੱਚ ਜੀ, ਬਹੁਤ ਸਾਰੇ ਕੇਸਿਸ ਆਪਾਂ ਦੇਖਦੇ ਹਾਂ ਕਿ ਐਨਆਰਆਈਜ਼ ਦੀ ਪੁਸ਼ਤੈਨੀ ਜ਼ਮੀਨ ਹੁੰਦੀ ਹੈ, ਪੁਸ਼ਤੈਨੀ ਘਰ ਹੁੰਦਾ ਮਾਪਿਆਂ ਦਾ ਜਾਂ ਦਾਦੇ ਦਾਦੀ ਦਾ। ਜੇ ਉਹ ਪ੍ਰਾਪਰਟੀ ਇਹਨਾਂ ਦੇ ਨਾਂ ਤੇ ਆ ਜਾਂਦੀ ਹੈ ਵਸੀਅਤ ਵਗੈਰਾ ਹੀ, ਰਾਈਟ, ਜੇ ਉਹ ਪ੍ਰਾਪਰਟੀ ਬੇਸਡ ਨੇ ਇੰਡੀਆ ਦੇ ਵਿੱਚ, ਉਹਦੇ ਉੱਪਰ ਸਿਰਫ 20% ਟੈਕਸ ਲੱਗਦਾ ਲੌਂਗ ਟਰਮ, ਉਹ ਵੀ ਇੰਡੈਕਸੇਸ਼ਨ ਤੋਂ ਬਾਅਦ। ਹੁਣ ਮੈਂ ਇੰਡੈਕਸੇਸ਼ਨ ਦੇ ਉੱਪਰ ਥੋੜਾ ਜਿਹਾ ਗੌਰ ਕਰਨਾ ਚਾਹੂੰਗਾ। ਬਿਲਕੁਲ, ਮੈਂ ਉਸੇ ਟਰਮ ਬਾਰੇ ਪੁੱਛਣਾ ਚਾਹੂੰਗੀ, ਹੈ ਕੀ ਹੈ ਟਰਮ? ਅਸੀਂ ਐਗਜ਼ਾਮਪਲ ਲੈਂਦੇ ਜੀ। ਲੈਟਸ ਸੇ ਕਿਸੇ ਐਨਆਰਆਈ ਨੇ 2000 ਚ ਪ੍ਰਾਪਰਟੀ ਲਿੱਤੀ 10 ਲੱਖ ਦੀ ਸਨ 2000 ਦੇ ਵਿੱਚ। ਓਕੇ, ਆਪਾਂ ਸਾਰਿਆਂ ਨੂੰ ਪਤਾ ਕਿ ਇਨਫਲੇਸ਼ਨ ਇੱਕ ਨਾਮ ਦੀ ਚੀਜ਼ ਹੁੰਦੀ ਹੈ, ਹਰ ਸਾਲ 4-5% ਇਨਫਲੇਸ਼ਨ ਵੱਧਦੀ ਹੈ। ਇਨਕਮ ਟੈਕਸ ਨੇ ਵੀ ਕੀਤਾ ਹੋਇਆ ਕਿ ਇਨਫਲੇਸ਼ਨ ਦਾ ਬੈਨੀਫਿਟ ਦਿੱਤਾ ਹੋਇਆ ਸਾਰਿਆਂ ਨੂੰ। ਜੇ ਕੋਈ ਚੀਜ਼ 2000 ਦੇ ਵਿੱਚ ਪ੍ਰਾਪਰਟੀ 10 ਲੱਖ ਦੀ ਸੀਗੀ, ਅਜੋ 30-40 ਲੱਖ ਦੀ ਹੋਊਗੀ ਜੇ ਆਪਾਂ ਲੈਣ ਲਈ ਜਾਵਾਂਗੇ। ਬਿਲਕੁਲ। ਜੇ ਤੁਸੀਂ 10 ਲੱਖ ਦੀ ਚੀਜ਼ ਅੱਜ 50 ਲੱਖ ਦੀ ਵੇਚ ਰਹੇ ਹੋ, ਉਹ 10 ਲੱਖ ਦੀ ਜਿਹੜੀ ਤੁਹਾਡੀ ਕਾਸਟ ਹੈਗੀ ਹੈ, ਉਹ 30-40 ਲੱਖ ਹੋ ਜਾਊਗੀ। ਓਕੇ, ਤੁਸੀਂ 50 ਮਾਈਨਸ 40, 10 ਲੱਖ ਦੇ ਉੱਪਰ ਟੈਕਸ ਦੇਣਾ, ਉਹ ਵੀ ਕਿੰਨਾ? 20%, 2 ਲੱਖ ਰੁਪਏ। ਓਕੇ, ਤੁਸੀਂ ਦੇਖ ਰਹੇ ਹੋ ਕਿ ਜੇ ਤੁਸੀਂ 50 ਲੱਖ ਦੀ ਪ੍ਰਾਪਰਟੀ ਵੇਚ ਰਹੇ ਹੋ ਤੇ ਇੰਡੈਕਸੇਸ਼ਨ ਤੋਂ ਬਾਅਦ ਉਹ 40 ਲੱਖ ਦੀ ਪੈ ਰਹੀ ਹੈ, ਤੁਸੀਂ ਡਿਫਰੈਂਸ ਦੇ ਉੱਪਰ ਟੈਕਸ ਪੇ ਕਰਨਾ, ਨਾ ਕਿ ਪੂਰਾ। ਹੁਣ ਇਸ ਤੋਂ ਇੱਕ ਬੜਾ ਕੁਐਸਚਨ ਨਿਕਲਦਾ ਕਿ ਸਾਡੇ ਜਦੋਂ ਐਨਆਰਆਈ ਭਰਾ ਭੈਣ ਇੰਡੀਆ 'ਚ ਪ੍ਰਾਪਰਟੀ ਵੇਚਦੇ ਨੇ, ਉਹਦੇ ਉੱਪਰ 20% ਟੀਡੀਐਸ ਕੱਟਿਆ ਜਾਂਦਾ। ਲੈਟਸ ਸੇ 1 ਕਰੋੜ ਦੀ ਰਜਿਸਟਰੀ ਹੈਗੀ ਹੈ, ਲੁਧਿਆਣੇ 'ਚ ਕੋਈ ਪ੍ਰਾਪਰਟੀ ਵੇਚ ਰਿਹਾ ਜੀ, ਜਦੋਂ ਮੈਂ ਉਹ ਪਰਚੇਸ ਕਰੂੰਗਾ ਪ੍ਰਾਪਰਟੀ, ਮੈਨੂੰ 20 ਲੱਖ ਦਾ ਟੀਡੀਐਸ ਕੱਟਣਾ ਪੈਣਾ। ਹੁਣ ਉਹਦੇ 20 ਲੱਖ ਦਾ ਟੈਕਸ ਹੀ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਕਿਉਂਕਿ ਪੁਰਾਣੀ ਪ੍ਰਾਪਰਟੀ ਹੈ। ਉਹਦੇ ਲਈ ਕੀ ਕਰਨਾ ਚਾਹੀਦਾ ਐਨਆਰਆਈਜ਼ ਨੂੰ? ਐਨਆਰਆਈਜ਼ ਨੂੰ ਇੱਕ ਫੈਸਿਲਿਟੀ ਦਿੱਤੀ ਗਈ ਹੈ ਕਿ ਉਹ ਇਨਕਮ ਟੈਕਸ ਡਿਪਾਰਟਮੈਂਟ ਨੂੰ ਇੱਕ ਐਪਲੀਕੇਸ਼ਨ ਫਾਈਲ ਕਰਨਗੇ ਕਿ ਜੀ ਦੇਖੋ, ਮੇਰੀ 1 ਕਰੋੜ ਦੀ ਪ੍ਰਾਪਰਟੀ ਮੈਂ ਵੇਚ ਰਿਹਾ, ਇਹਦੀ ਕਾਸਟ ਇੰਨੀ ਦੀ ਸੀਗੀ, ਇਹਦੀ ਇੰਡੈਕਸੇਸ਼ਨ ਤੋਂ ਬਾਅਦ ਵੈਲਿਊ ਇੰਨੀ ਹੈ, ਇਹਦੇ ਉੱਪਰ ਟੈਕਸ ਹੀ 10 ਲੱਖ ਤੇ ਟੈਕਸ ਬਣਦਾ, ਤੇ ਮੇਰਾ ਤੁਸੀਂ 10 ਲੱਖ ਤੇ 20% ਟੈਕਸ ਕੱਟ ਲਓ, 2 ਲੱਖ ਰੁਪਏ, ਨਾ ਕਿ 20 ਲੱਖ ਰੁਪਏ। ਓਕੇ, ਇਹ ਫੈਸਿਲਿਟੀ ਦਿੱਤੀ ਹੋਈ ਹੈ। ਇਹ ਸੈਕਸ਼ਨ 195 ਸਬਸੈਕਸ਼ਨ 2, ਸੈਕਸ਼ਨ 195 ਸਬਸੈਕਸ਼ਨ 3 ਹੈਗਾ, ਇਹਦੇ ਰੂਲਸ ਨੇ, ਇਹਦਾ ਫਾਰਮੈਟ ਹੈਗਾ। ਜੇ ਐਨਆਰਆਈਜ਼ ਇਸ ਪ੍ਰੋਸੀਜਰ ਨੂੰ ਅਡਾਪਟ ਕਰ ਲੈਣ, ਉਹਦੀ ਟੈਕਸ ਲਾਇਬਿਲਿਟੀ ਕਾਫੀ ਘੱਟ ਹੋ ਸਕਦੀ ਹੈ ਇਹਦੇ ਅੰਦਰ। ਓਕੇ, ਸੋ ਇਹ ਫਾਇਦੇ ਹੈ ਐਨਆਰਆਈਜ਼ ਨੂੰ ਇਸ ਤੇ। ਸੋ ਡੀਟੀਏਏ ਇੱਕ ਜਿਹੜੀ ਟਰਮ ਹੈ ਉਹ ਬਹੁਤ ਸੁਣੀ ਜਾਂਦੀ ਹੈ, ਇਹ ਕੀ ਹੈ? ਬਹੁਤ ਹੀ ਇੰਪੋਰਟੈਂਟ ਸਵਾਲ ਹੈ ਜੀ ਤੁਹਾਡਾ। ਅਸੀਂ ਜੇ ਮੋਟੀ ਗੱਲ ਕਰੀਏ, ਜਿਹੜੇ ਆਪਣੇ ਐਨਆਰਆਈਜ਼ ਭਰਾ ਭੈਣ ਨੇ ਇੰਡੀਆ ਤੋਂ ਬਾਹਰ, ਜ਼ਿਆਦਾਤਰ ਕਿੱਥੇ ਨੇ? ਯੂਐਸਏ ਜੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਇਹ 5 ਕੰਟਰੀਆਂ ਦੇ ਵਿੱਚ ਨੇ, ਜਾਂ ਦੁਬਈ ਦੇ ਵਿੱਚ ਨੇ। ਇਹ ਸਾਰੀ ਕੰਟਰੀਜ਼ ਨਾਲ ਇੰਡੀਆ ਦਾ ਇੱਕ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਸਾਈਨ ਹੈਗਾ। ਉਹ ਕੀ ਕਹਿੰਦਾ ਕਿ ਕਿਸੇ ਵੀ ਐਨਆਰਆਈ ਜੋ ਬੰਦਾ ਇਸ ਦੇਸ਼ਾਂ 'ਚ ਰਹਿ ਰਿਹਾ ਤੇ ਉਹਦੀ ਇੰਡੀਆ 'ਚੋਂ ਇਨਕਮ ਹੈਗੀ ਹੈ, ਉਹਨੂੰ ਟੈਕਸ ਜਿਹੜਾ ਹੈਗਾ ਦੋਨੋਂ ਪਾਸੇ ਦੇਣਾ ਤਾਂ ਪੈਣਾ ਹੈ, ਪਰ ਉਹਨੂੰ ਇੱਕ ਕੰਟਰੀ 'ਚ ਦਿੱਤਾ ਹੋਇਆ ਦੂਜੀ ਕੰਟਰੀ 'ਚ ਟੈਕਸ 'ਚ ਐਡਜਸਟ ਹੋ ਜਾਊਗਾ। ਉਹਨੂੰ ਅਸੀਂ ਕਹਿੰਦੇ ਟੈਕਸ ਕ੍ਰੈਡਿਟ ਮੈਥਡ, ਟੈਕਸ ਐਗਜ਼ੰਪਸ਼ਨ ਮੈਥਡ, ਟੈਕਸ ਡਿਡਕਸ਼ਨ ਮੈਥਡ। ਆਪਾਂ ਐਗਜ਼ਾਮਪਲ ਲੈਂਦੇ ਹਾਂ, ਛੋਟੀ ਜਿਹੀ ਐਗਜ਼ਾਮਪਲ। ਲੈਟਸ ਸੇ ਕੋਈ ਕੈਨੇਡਾ 'ਚ ਫੈਮਿਲੀ ਸੈਟਲਡ ਹੈ ਜੀ, ਉਹਨੇ ਚੰਡੀਗੜ੍ਹ ਜਾਂ ਮੋਹਾਲੀ 'ਚ ਇੱਕ ਰਿਹਾਇਸ਼ੀ ਪ੍ਰਾਪਰਟੀ ਵੇਚੀ 2 ਕਰੋੜ ਦੀ, ਉਹਨੂੰ ਇੰਡੀਆ ਦੇ ਵਿੱਚ ਉਹਦੇ ਉੱਪਰ ਟੈਕਸ ਪੈ ਗਿਆ 20 ਲੱਖ ਰੁਪਏ। ਠੀਕ ਹੋ ਗਿਆ ਜੀ। ਜਦੋਂ ਪੈਸੇ ਇੰਡੀਆ 'ਚੋਂ ਲੈ ਕੇ ਜਾਊਗਾ ਕੈਨੇਡਾ, ਉਹਨੂੰ ਕੈਨੇਡਾ 'ਚ ਵੀ ਟੈਕਸ ਪੇ ਕਰਨਾ ਪੈਣਾ। ਲੈਟਸ ਸੇ ਉੱਥੇ ਟੈਕਸ ਬਣਦਾ ਉਹਦਾ 40 ਲੱਖ ਰੁਪਏ। ਓਕੇ, ਜੇ ਉਹ 40 ਲੱਖ ਰੁਪਏ ਕੈਨੇਡਾ 'ਚ ਦਿੰਦਾ ਤੇ 20 ਲੱਖ ਰੁਪਏ ਇੰਡੀਆ 'ਚ ਦਿੰਦਾ, ਤਾਂ ਕਿੰਨੀ ਟੈਕਸੇਸ਼ਨ ਲਾਇਬਿਲਿਟੀ ਹੋ ਗਈ? 60 ਲੱਖ ਦੀ। ਪਰ ਨਹੀਂ, ਜੇ ਉਹ ਡਬਲ ਟੈਕਸੇਸ਼ਨ ਅਵੋਇਡੈਂਸ ਐਗਰੀਮੈਂਟ ਦਾ ਬੈਨੀਫਿਟ ਲਊਗਾ ਇੰਡੀਆ ਕੈਨੇਡਾ ਦੇ ਵਿੱਚ, ਜਿਹੜਾ 20 ਲੱਖ ਦਾ ਟੈਕਸ ਦਿੱਤਾ ਉਹਨੇ, ਉਹ ਉਹਦੇ ਕੈਨੇਡੀਅਨ ਟੈਕਸਸ ਨਾਲ ਐਡਜਸਟ ਹੋ ਜਾਊਗਾ। ਅੱਛਾ, ਐਡਜਸਟ ਹੋ ਜਾਊਗਾ। ਉਹਨੂੰ 20 ਲੱਖ ਰੁਪਏ ਹੀ ਜਮ੍ਹਾਂ ਕਰਾਣੇ ਪੈਣੇ, ਹੋਰ ਉਹਦੀ ਲਾਇਬਿਲਿਟੀ ਓਵਰਆਲ 40 ਲੱਖ ਦੀ ਹੀ ਰਹੀ ਜੀ।
ਨਾ ਕਿ 60 ਲੱਖ ਦੀ ਜੀ। ਇਸ ਲਈ ਡਬਲ ਟੈਕਸੇਸ਼ਨ ਅਡਜਸਟਮੈਂਟ ਸਾਈਨਡ ਹੈਗੇ ਨੇ। ਐਨਆਰਆਈਜ਼ ਨੂੰ ਇਹਦੀ ਨੌਲੇਜ ਨਹੀਂ ਹੈਗੀ। ਜੇ ਐਨਆਰਆਈਜ਼ ਪ੍ਰਾਪਰਟੀ ਵੇਚਣ ਵੇਲੇ ਜਾਂ ਕਿਸੇ ਵੀ ਹੋਰ ਇਨਕਮ ਵੇਲੇ ਆਪਣੇ ਟੈਕਸਸ ਨੂੰ ਪਲਾਨ ਕਰ ਲੈਣ, ਉਹਨਾਂ ਨੂੰ ਬਹੁਤ ਮੋਟਾ ਬੈਨੀਫਿਟ ਬਚ ਸਕਦਾ। ਮੈਨੂੰ ਲੱਗਦਾ ਕਿ ਸਾਡੇ ਇਸ ਪ੍ਰੋਗਰਾਮ ਤੋਂ ਉਹਨਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਮਿਲ ਵੀ ਰਹੀ ਹੋਏਗੀ ਇਸ ਬਾਰੇ। ਕੋਸ਼ਿਸ਼ ਕਰ ਸਕਦੇ ਹਾਂ ਜੀ। ਜਦੋਂ ਇੱਕ ਹੋਰ ਚੀਜ਼ ਹੈ, ਜਦੋਂ ਐਨਆਰਆਈ ਨੂੰ ਇਨਕਮ ਟੈਕਸ ਦਾ ਨੋਟਿਸ ਆ ਜਾਂਦਾ ਹੈ, ਕਈ ਘਬਰਾ ਜਾਂਦੇ ਆ ਜੀ। ਜੇਕਰ ਉਹਨਾਂ ਨੂੰ ਨੋਟਿਸ ਆ ਜਾਵੇ ਤੇ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਉਸ ਤੋਂ ਬਚ ਸਕਦੇ ਜਾਂ ਫਿਰ ਕਿਸ ਤਰ੍ਹਾਂ ਇਸ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਨੇ? ਇਹ ਸਾਰਿਆਂ ਨੂੰ ਆਪਣਾ ਨੌਲੇਜ ਹੈਗੀ ਜੀ। ਤੁਸੀਂ ਖੁਦ ਮੀਡੀਆ ਦੇ ਵਿੱਚੋਂ ਕਿ ਪਿਛਲੇ 3-4 ਸਾਲਾਂ ਦੇ ਵਿੱਚ ਇਨਕਮ ਟੈਕਸ ਦੇ ਵਿੱਚ ਬਹੁਤ ਸਾਰੇ ਚੇਂਜਸ ਹੋਏ ਨੇ ਜੀ। ਜਿਹੜੇ ਪਹਿਲਾਂ ਲੋਕਾਂ ਨੂੰ ਮੈਨੂਅਲੀ ਜਾਣਾ ਪੈਂਦਾ ਸੀ ਡਿਪਾਰਟਮੈਂਟ ਦੇ ਵਿੱਚ, ਹੁਣ ਸਾਰਾ ਉਹ ਫੇਸਲੈਸ ਕਰਤਾ। ਬਿਲਕੁਲ। ਕਿੰਨਾ ਮੀਡੀਆ 'ਚ ਆ ਰਿਹਾ ਕਿ ਫੇਸਲੈਸ ਕਰਤਾ। ਹੁਣ ਐਨਆਰਆਈਜ਼ ਲਈ ਵੀ ਬਹੁਤ ਵੱਡੀ ਸੁਵਿਧਾ ਦੇ ਦਿੱਤੀ ਕਿ ਹੁਣ ਐਨਆਰਆਈਜ਼ ਨੂੰ ਇਨਕਮ ਟੈਕਸ ਡਿਪਾਰਟਮੈਂਟ 'ਚ ਖੁਦ ਜਾਣ ਦੀ ਲੋੜ ਨਹੀਂ ਹੈਗੀ ਜੀ। ਜੇ ਉਹਨਾਂ ਨੂੰ ਇਨਕਮ ਟੈਕਸ ਨੋਟਿਸ ਆਉਂਦਾ ਕੋਈ, ਜਾਂ ਤਾਂ ਉਹ ਸੀਏ ਕਾਉਂਸਲ को ਇੰਗੇਜ ਕਰ ਲੈਣ। ਉਹ ਸੀਏ ਕਾਉਂਸਲ ਵੀ ਫਿਜ਼ੀਕਲੀ ਨਹੀਂ ਜਾਣਗੇ ਆਫਿਸ ਦੇ ਵਿੱਚ, ਉਹਨਾਂ ਨੂੰ ਵੀ ਆਨਲਾਈਨ ਹੀ ਜਵਾਬ ਦੇਣਾ ਪੈਣਾ। ਓਕੇ। ਜੇ ਕੋਈ ਐਨਆਰਆਈ ਪੜ੍ਹੇ ਲਿਖੇ ਨੇ, ਖੁਦ ਵੀ ਮਤਲਬ ਕਿ ਨੌਲੇਜ ਹੈਗੀ ਹੈ, ਉਹ ਖੁਦ ਵੀ ਆਪਣਾ ਕੇਸ ਅਪੀਅਰ ਹੋ ਸਕਦੇ ਆਨਲਾਈਨ। ਕੈਨੇਡਾ, ਆਸਟ੍ਰੇਲੀਆ, ਯੂਐਸਏ ਬੈਠੇ ਹੋਏ, ਉਹਨੂੰ ਜਾਣ ਦੀ ਕਿਤੇ ਲੋੜ ਨਹੀਂ ਹੈ। ਕੋਈ ਵੀ ਅਫਸਰ ਉਹਨੂੰ ਫੋਰਸ ਨਹੀਂ ਕਰ ਸਕਦਾ ਤੁਸੀਂ ਫਿਜ਼ੀਕਲੀ ਆਓ। ਉਹ ਅੱਜ ਕੱਲ੍ਹ ਫਿਜ਼ੀਕਲ ਇੰਟਰੈਕਸ਼ਨ ਖਤਮ ਕਰਤਾ ਸਰਕਾਰ ਨੇ। ਹੁਣ ਤੁਸੀਂ ਆਨਲਾਈਨ ਹੀ ਜਵਾਬ ਦੇਣਾ, ਇਸ ਕਰਕੇ ਬਹੁਤ ਸੁਵਿਧਾ ਹੋ ਗਈ। ਅਸੀਂ ਤਾਂ ਖੁਦ ਕਈ ਕੇਸਿਸ ਡੀਲ ਕਰਦੇ ਹਾਂ ਜਿਸ 'ਚ ਅਸੀਂ ਐਨਆਰਆਈ ਨੂੰ ਨਹੀਂ ਮਿਲੇ, ਪਰ ਉਹਨੇ ਸਾਡਾ ਵੇਰਵਾ ਲੱਭ ਕੇ ਸਾਨੂੰ ਕੇਸ ਆਪਣਾ ਦਿੱਤਾ ਜੀ ਪ੍ਰੈਜ਼ੈਂਟ ਕਰਨ ਲਈ। ਅਸੀਂ ਅਫਸਰ ਨੂੰ ਵੀ ਨਹੀਂ ਮਿਲੇ, ਅਸੀਂ ਉਹਦਾ ਆਨਲਾਈਨ ਜਵਾਬ ਦੇ ਰਹੇ ਹਾਂ, ਆਨਲਾਈਨ ਅਸੈਸਮੈਂਟਸ ਹੋ ਰਹੀਆਂ। ਅਸੀਂ ਜਿਹੜਾ ਆਰਡਰ ਮਿਲ ਰਿਹਾ ਸਾਨੂੰ, ਅਸੀਂ ਐਨਆਰਆਈ ਨੂੰ ਈਮੇਲ ਕਰ ਰਹੇ ਹਾਂ। ਕਿੰਨਾ ਸੌਖ ਹੋ ਗਿਆ ਕੰਮ। ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਆਨਲਾਈਨ ਕੰਮ ਹੈ, ਅਸੈਸਮੈਂਟ ਬੇਸਡ ਹੈ। ਜਿਹੜੀ ਕਰਪਸ਼ਨ ਦੀ ਆਪਾਂ ਗੱਲ ਕਰਦੇ ਸੀ ਉਹ ਵੀ ਨਹੀਂ ਹੁਣ ਰਹੀ ਹੈ। ਬੜਾ ਸਾਫ ਸੁਥਰਾ ਹੈ, ਨੀਟ ਐਂਡ ਕਲੀਨ ਕੰਮ ਹੈ ਜੀ। ਜੀ। ਜਿੱਦਾਂ ਆਨਲਾਈਨ ਦਾ ਪ੍ਰੋਸੀਜਰ ਹੈ ਉਹ ਕੀ ਲੰਬਾ ਜਾਂਦਾ ਹੈ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਬੰਦਾ ਇੱਥੇ ਫਿਜ਼ੀਕਲੀ ਹੋਵੇ ਤੇ ਉਹਨੂੰ ਬਹੁਤ ਸਾਰੇ ਜਿਹੜੇ ਹੈ ਗੇੜੇ ਲਗਾਉਣੇ ਪੈਂਦੇ ਆ। ਸੋ ਇਹਦੇ ਵਿੱਚ ਵੀ ਇਹ ਹੈ ਕਿ ਬਹੁਤ ਸਾਰੀ ਜਿਹੜੀ ਸੈਸ਼ਨਸ ਹੁੰਦੇ ਆ, ਫਿਰ 1-2 ਸੈਸ਼ਨ ਵਿੱਚ ਹੀ ਚੀਜ਼ਾਂ ਜਿਹੜੀਆਂ ਹੈਂਡਲ ਹੋ ਸਕਦੀਆਂ। ਇਹ 'ਚ ਨੇਹਾ ਜੀ ਮੈਂ ਇੱਕ ਚੀਜ਼ ਦੇਖੀ ਹੈ ਕਿ ਜੇ ਤੁਹਾਨੂੰ ਇਨਕਮ ਟੈਕਸ ਨੋਟਿਸ ਆ ਗਿਆ, ਤੁਹਾਡੇ ਕੋਲ ਪੇਪਰ ਕੰਪਲੀਟ ਨੇ, ਕਈ ਵਾਰੀ ਇਦਾਂ ਵੀ ਦੇਖਿਆ ਕਿ ਇੱਕ ਵਾਰੀ ਤੁਸੀਂ ਰਿਪਲਾਈ ਦੇਤਾ, ਇੱਕ ਪ੍ਰੋਪਰ ਰਿਪਲਾਈ ਬਣਾ ਕੇ ਅਟੈਚਮੈਂਟ ਕਰਕੇ ਡਾਕੂਮੈਂਟਸ, ਤੁਹਾਨੂੰ ਦੂਜੀ ਵਾਰੀ ਅਪੀਅਰ ਹੋਣ ਦੀ ਲੋੜ ਹੀ ਨਹੀਂ ਪੈਂਦੀ। ਓਕੇ। ਪ੍ਰੋਵਾਈਡਡ ਤੁਸੀਂ ਆਪਣੇ ਪੇਪਰ ਸਾਰੇ ਤਿਆਰ ਰੱਖੋ, ਤੁਹਾਡੇ ਕੋਲ ਸਾਰੀ ਪਰਚੇਜ਼ ਸੇਲ ਡੀਡਸ ਹੋਣ, ਬੈਂਕ ਸਟੇਟਮੈਂਟਾਂ ਹੋਣ, ਪੈਨ ਕਾਰਡ, ਸਭ ਕੁਝ ਹੋਵੇ। ਜੇ ਤੁਸੀਂ ਪ੍ਰੋਪਰ ਰਿਪਲਾਈ ਦੋਗੇ, ਤੁਹਾਨੂੰ ਹੋ ਸਕਦਾ ਦੂਜੀ ਵਾਰੀ ਰਿਪਲਾਈ ਕਰਨ ਦੀ ਲੋੜ ਹੀ ਨਾ ਪਵੇ। ਅੱਛਾ। ਤੇ ਜੇਕਰ ਕਿਸੇ ਐਨਆਰਆਈ ਨੇ ਆਪਣੀ ਪ੍ਰਾਪਰਟੀ ਸੇਲ ਕਰਨੀ ਹੋਵੇ ਤੇ ਉਸ ਵੇਲੇ ਐਨਆਰਈ ਜਿਹੜੇ ਅਕਾਊਂਟਸ ਤੁਸੀਂ ਦੱਸੇ ਸੀ ਪਹਿਲੇ, ਹੈ ਨਾ, ਪਿਛਲੀ ਲੜੀ ਦੇ ਜਿਹੜਾ ਸਾਡਾ ਪ੍ਰੋਗਰਾਮ ਸੀ ਉਹਦੇ ਵਿੱਚ ਦੱਸੇ ਹੋਏ ਸੀਗੇ। ਸੋ ਇਹ ਉੱਥੇ ਬੈਠੇ ਹੀ ਜਾਂ ਫਿਰ ਉਹਨਾਂ ਨੂੰ ਫਿਜ਼ੀਕਲੀ ਇੱਥੇ ਆਉਣਾ ਪਊਗਾ ਇਹਨਾਂ ਚੀਜ਼ਾਂ ਦੇ ਲਈ ਵੀ, ਜਾਂ ਉਹ ਵੀ ਆਨਲਾਈਨ ਹੋ ਸਕਦੀਆਂ? ਬਹੁਤ ਹੀ $1 ਮਿਲੀਅਨ ਕੁਐਸਚਨ ਹੈਗਾ ਜੀ ਇਹ ਮੈਂ ਰੂਟੀਨਲੀ ਮੈਨੂੰ ਕੁਐਸਚਨਸ ਪੁੱਟ ਅਪ ਕਰਦੇ ਨੇ ਐਨਆਰਆਈਜ਼। ਪਹਿਲੀ ਗੱਲ ਤਾਂ ਇਹ ਹੈਗੀ ਜਦੋਂ ਐਨਆਰਆਈ ਨੇ ਪ੍ਰਾਪਰਟੀ ਵੇਚਣੀ ਇੰਡੀਆ ਦੇ ਵਿੱਚ, ਉਹਨੂੰ ਇੰਡੀਆ ਆਉਣ ਦੀ ਕੋਈ ਲੋੜ ਨਹੀਂ ਹੈ ਜੀ। ਉਹ ਪਾਵਰ ਟਰਨੀ ਆਪਣੇ ਰਿਸ਼ਤੇਦਾਰ ਦੇ ਨਾਂ ਤੇ ਵੇਚ ਸਕਦਾ, ਨੋਟਰਾਈਜ਼ ਕਰਵਾ ਕੇ ਐਮਬੋਸ ਹੋ ਜਾਊਗੀ, ਪ੍ਰਾਪਰਟੀ ਸੇਲ ਹੋ ਜਾਊਗੀ, ਪੈਸੇ ਉਹਦੇ ਖਾਤੇ 'ਚ ਆ ਜਾਣਗੇ ਐਨਆਰਆਈ ਦੇ ਵਿੱਚ। ਉਹ ਟੈਕਸਿਸ ਪੇ ਕਰਕੇ ਉਹ ਪੈਸੇ ਇੰਡੀਆ 'ਚੋਂ ਬਾਹਰ $1 ਮਿਲੀਅਨ ਪਰ ਫਾਈਨੈਂਸ਼ੀਅਲ ਈਅਰ ਪਰ ਪਰਸਨ 7.5 ਕਰੋੜ ਰੁਪਏ ਲੈ ਕੇ ਜਾ ਸਕਦਾ। ਓਕੇ। ਇੰਨੀ ਵੱਡੀ ਸੁਵਿਧਾ ਹੈਗੀ ਹੈ ਕਿ 7.5 ਕਰੋੜ ਪਰ ਫਾਈਨੈਂਸ਼ੀਅਲ ਈਅਰ ਪਰ ਪਰਸਨ ਆਫਟਰ ਪੇਮੈਂਟ ਆਫ ਟੈਕਸਿਸ ਲੈ ਕੇ ਜਾ ਸਕਦਾ। ਜਾਂ ਉਹ ਪੈਸੇ ਐਨਆਰਓ 'ਚ ਜਮ੍ਹਾਂ ਕਰਾ ਦੇ, ਐਨਆਰਓ ਤੋਂ ਟ੍ਰਾਂਸਫਰ ਕਰਕੇ ਐਨਆਰਈ, ਜਾਂ ਸਿੱਧਾ ਐਨਆਰਈ 'ਚ ਟ੍ਰਾਂਸਫਰ ਕਰਾ ਦੇ ਪੇਮੈਂਟ ਕਰਕੇ ਟੈਕਸਿਸ ਦੀ। ਇੰਨੀ ਵੱਡੀ ਸੁਵਿਧਾ ਦਿੱਤੀ ਹੋਈ ਹੈ ਸਰਕਾਰ ਨੇ। ਓਕੇ। ਸੋ ਇੱਕ ਜੇ ਅਰਬਨ ਔਰ ਰੂਰਲ ਅਸੀਂ ਪ੍ਰਾਪਰਟੀ ਦੀ ਗੱਲ ਕਰੀਏ, ਅਗਰ ਉਹਨਾਂ ਦੋਨਾਂ ਤੇ ਉਹਨਾਂ ਨੂੰ ਟੈਕਸ ਜਿਹੜਾ ਦੇਣਾ ਪਵੇਗਾ? ਨਹੀਂ ਜੀ। ਜਿਹੜੀ ਤਾਂ ਦੇਖੋ ਰੂਰਲ ਐਗਰੀਕਲਚਰ ਲੈਂਡ ਹੈਗੀ ਹੈ, ਰੂਰਲ ਐਗਰੀਕਲਚਰ ਲੈਂਡ ਨੂੰ ਕਿੱਦਾਂ ਡਿਫਾਈਨ ਕਰਦੇ ਨੇ? ਜਿਹੜੇ ਵੱਡੇ ਸ਼ਹਿਰ ਨੇ, ਜੇ ਉਹਨਾਂ ਦੀ ਹੱਦ ਤੋਂ 8 ਕਿਲੋਮੀਟਰ ਬਾਹਰ ਤੁਹਾਡੀ ਜ਼ਮੀਨ ਪੈਂਦੀ ਹੈ ਤੇ ਉਹਨੂੰ ਰੂਰਲ ਐਗਰੀਕਲਚਰ ਲੈਂਡ ਦੇ ਉਹਦੇ ਉੱਪਰ ਜੇ ਤੁਸੀਂ ਵੇਚਦੇ ਹੋ ਕੋਈ ਟੈਕਸ ਨਹੀਂ ਹੈਗਾ। ਕਿਸੇ ਛੋਟੇ ਕਸਬੇ ਤੋਂ 6 ਕਿਲੋਮੀਟਰ ਬਾਹਰ, ਬਹੁਤ ਛੋਟੇ ਕਸਬੇ ਤੋਂ 2 ਕਿਲੋਮੀਟਰ ਬਾਹਰ, ਆਪਾਂ ਐਗਜ਼ਾਮਪਲ ਲੈਨੇ, ਲੈਟਸ ਸੇ ਤੁਸੀਂ ਕੋਈ ਚੰਡੀਗੜ੍ਹ ਜਾਂ ਮੋਹਾਲੀ ਦੀ ਹੱਦ ਤੋਂ 8 ਕਿਲੋਮੀਟਰ ਬਾਹਰ ਪ੍ਰਾਪਰਟੀ ਵੇਚਦੇ ਪਏ ਹੋ ਕੋਈ ਜ਼ਮੀਨ ਵਗੈਰਾ, ਉਹ ਰੂਰਲ ਐਗਰੀਕਲਚਰ ਲੈਂਡ 'ਚ ਆਊਗੀ, ਉਹਦੇ ਉੱਪਰ ਕੋਈ ਟੈਕਸ ਨਹੀਂ ਹੈਗਾ। ਹੁਣ ਆਏ ਦੂਜੇ ਕੁਐਸਚਨ ਤੇ, ਅਰਬਨ ਐਗਰੀਕਲਚਰ ਲੈਂਡ। ਜੇ ਤੁਹਾਡੀ ਜ਼ਮੀਨ ਸ਼ਹਿਰ ਦੇ ਵਿਚਕਾਰ ਹੈਗੀ ਹੈ ਜਾਂ ਸ਼ਹਿਰ ਦੇ ਵੱਡੇ ਸ਼ਹਿਰ ਦੀ 8 ਕਿਲੋਮੀਟਰ ਦੇ ਦਰਕਾਰ 'ਚ ਹੈਗੀ ਹੈ, ਜਿਹੜੀ ਤੁਹਾਡੀ ਸੇਲ ਪ੍ਰਾਈਸ ਹੈ ਉਹ 'ਚ ਤੁਹਾਡੀ ਪਰਚੇਜ਼ ਪ੍ਰਾਈਸ ਲੈਸ ਹੋ ਜਾਊਗੀ। ਅੱਛਾ। ਜਾਂ ਤੁਸੀਂ ਕੋਈ ਖਰਚਾ ਕੀਤਾ ਹੋਇਆ ਇਸ ਲੈਂਡ ਦੇ ਉੱਪਰ ਲੈਸ ਹੋ ਜਾਊਗਾ, ਤੇ ਤੁਸੀਂ ਜਿੰਨਾ ਡਿਫਰੈਂਸ ਹੈਗਾ ਉਹਦੇ ਉੱਪਰ ਟੈਕਸ ਪੇ ਕਰਕੇ ਤੁਸੀਂ ਪੈਸੇ ਨੂੰ ਟ੍ਰਾਂਸਫਰ ਕਰ ਦੋਗੇ। ਫਿਰ ਮੈਂ ਇਹਦੀ ਕਾਸਟ ਆਫ ਰੈਪਰੇਸ਼ਨ ਦੱਸਣਾ ਚਾਹੂੰਗਾ ਕਿ ਜਦੋਂ ਵੀ ਐਨਆਰਆਈ ਕੋਈ ਪ੍ਰਾਪਰਟੀ ਵੇਚਦਾ ਹੈਗਾ, ਉਹਨੇ ਹਮੇਸ਼ਾ ਜਿਹੜੀ ਸਰਕਾਰ ਦੀ ਫੈਸਿਲਿਟੀ ਦਿੱਤੀ ਹੋਈ ਹੈ ਲੋਅਰ ਟੈਕਸ ਡਿਡਕਸ਼ਨ ਦੀ, ਟੈਕਸ ਡਿਡਕਸ਼ਨ ਸਰਟੀਫਿਕੇਟ ਦੀ, ਜਿਹੜੀ 20% ਟੈਕਸ ਕੱਟਦਾ, ਜੇ ਉਹ ਸਰਕਾਰ ਨੂੰ ਗੁਹਾਰ ਕਰੇ ਜੀ ਕਿ ਮੇਰੀ ਇਹ ਪ੍ਰਾਪਰਟੀ ਦੇ ਉੱਪਰ ਟੈਕਸ ਹੀ ਇੰਨਾ ਨਹੀਂ ਬਣਦਾ, ਇੰਨਾ ਬਣਦਾ, ਤੇ ਉਹਦੇ 'ਤੇ ਮੈਨੂੰ ਟੈਕਸ ਕੱਟ ਲਵੋ, ਉਹ ਸਰਕਾਰ ਉਹਨੂੰ ਸਰਟੀਫਿਕੇਟ ਪ੍ਰੋਵਾਈਡ ਕਰਦੀ ਹੈ। ਸੋ ਇਹਨਾਂ ਸਭ ਚੀਜ਼ਾਂ ਦੇ ਲਈ ਉਹਨਾਂ ਨੂੰ ਇੱਥੇ ਫਿਜ਼ੀਕਲੀ ਹੋਣਾ ਅੱਜਕੱਲ ਮੈਟਰ ਨਹੀਂ ਕਰਦਾ? ਬਿਲਕੁਲ ਲੋੜ ਨਹੀਂ ਹੈਗੀ ਜੀ। ਸਾਰਾ ਪ੍ਰੋਸੈਸ ਸਟ੍ਰੀਮਲਾਈਨਡ ਹੈ, ਸਾਰਾ ਪ੍ਰੋਸੈਸ ਆਨਲਾਈਨ ਹੈ। ਇਹਦੇ ਬਾਰੇ ਸਾਰੀ ਜਾਣਕਾਰੀ ਆਨਲਾਈਨ ਸਰਕਾਰ ਦੀ ਵੈਬਸਾਈਟ 'ਤੇ ਦਿੱਤੀ ਹੋਈ ਹੈਗੀ ਹੈ। ਜੇ ਉਹਨਾਂ ਨੂੰ ਫਿਰ ਵੀ ਨਹੀਂ ਕਰ ਸਕਦੇ, ਉਹ ਕਿਸੇ ਸੀਏ ਐਡਵੋਕੇਟ ਨੂੰ ਅਪਰੋਚ ਕਰਨ,
ਉਹ ਉਹਨਾਂ ਦੇ ਬਿਹਾਫ ਤੇ ਐਪਲੀਕੇਸ਼ਨ ਪਾਣਗੇ, ਆਨਲਾਈਨ ਸਾਰਾ ਅਸੈਸ ਹੋਊਗਾ, ਆਰਡਰ ਹੀ ਆਨਲਾਈਨ ਆਊਗਾ, ਉਹ ਆਰਡਰ ਆਉਣ ਤੋਂ ਬਾਅਦ ਈਮੇਲ ਕਰ ਦੇਣਗੇ, ਜਿਹੜਾ ਖਰੀਦਦਾਰ ਹੈਗਾ ਉਹਨੂੰ ਉਹ ਇਸ਼ੂ ਕਰ ਦੇਣਗੇ ਜੀ ਮੈਨੂੰ ਇਹ ਆਰਡਰ ਮਿਲਿਆ ਹੈਗਾ, ਤੁਸੀਂ ਮੇਰਾ TDS ਇਸ ਤੇ ਥਾਂ ਤੇ ਇੰਨਾ ਕੱਟ ਲਓ ਜੀ। ਅਗਰ ਜਿੱਦਾਂ ਅਸੀਂ ਪਹਿਲੇ ਨੋਟਿਸ ਦੀ ਗੱਲ ਕੀਤੀ ਸੀ, ਜਦੋਂ ਇਨਕਮ ਟੈਕਸ ਦਾ ਨੋਟਿਸ ਆ ਜਾਂਦਾ NRIs ਨੂੰ, ਉਸ ਵੇਲੇ ਕਈ ਵਾਰ ਉਹ ਇਗਨੋਰ ਕਰ ਦਿੰਦੇ ਉਹ ਚੀਜ਼ ਨੂੰ। ਅਗਰ ਕੁਝ ਟਾਈਮ ਬਾਅਦ ਉਹ ਦੁਬਾਰਾ ਮਤਲਬ ਇਗਨੋਰੈਂਸ ਕਰਨ ਤੋਂ ਬਾਅਦ ਦੁਬਾਰਾ ਚਾਹੁੰਦੇ ਨੇ ਕਿ ਹਾਂ ਅਸੀਂ ਜਾਈਏ ਗੱਲਬਾਤ ਕਰੀਏ, ਕੋਈ ਪੈਨਲਟੀ ਤਾਂ ਨਹੀਂ ਹੁੰਦੀ ਉਸ ਚੀਜ਼ ਤੇ? ਦੇਖੋ ਜੀ, ਜੇ ਤਾਂ ਆਪਾਂ ਪਰਪਸਫੁਲੀ ਅਵੋਇਡ ਕਰ ਰਹੇ ਹਾਂ ਫਿਰ ਤਾਂ ਪੈਨਲਟੀ ਲੱਗੂਗੀ, ਪਰ ਕਈ ਵਾਰੀ ਇਦਾਂ ਵੀ ਹੁੰਦਾ ਕਿ ਲੈਟਸ ਸੇ ਕੋਈ ਇਨਕਮ ਟੈਕਸ ਦਾ ਨੋਟਿਸ ਉਹਨਾਂ ਦੇ ਫੋਰਨ ਐਡਰੈਸ ਤੇ ਪਹੁੰਚਿਆ, ਉਹ ਐਡਰੈਸ ਹੀ ਗਲਤ ਸੀਗਾ ਜਾਂ ਈਮੇਲ ਐਡਰੈਸ ਹੀ ਗਲਤ ਸੀਗਾ, ਉੱਥੇ ਤੁਸੀਂ ਪ੍ਰੋਪਰ ਗਰਾਊਂਡ ਸ਼ੋ ਕਰ ਸਕਦੇ ਹੋ, ਦੇਖੋ ਮੈਨੂੰ ਤਾਂ ਨੋਟਿਸ ਮਿਲਿਆ ਹੀ ਨਹੀਂ। ਜੇ ਤੁਹਾਨੂੰ ਨੋਟਿਸ ਮਿਲਿਆ, ਤੁਸੀਂ ਪਰਪਸਲੀ ਅਵੇਟ ਕੀਤਾ ਹੈਗਾ, ਫਿਰ ਪੈਨਲਟੀ ਲੱਗੂਗੀ। ਜੇ ਕੋਈ ਜੈਨੂਇਨ ਰੀਜ਼ਨ ਹੈਗਾ, ਤੁਸੀਂ ਪੈਨਲਟੀ ਨੂੰ ਵੇਵ ਕਰਨ ਲਈ ਇੱਕ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ, ਉਹਦੀ ਕਮਿਸ਼ਨਰ ਕੋਲ ਪਾਵਰ ਹੁੰਦੀ ਹੈ, ਉਹ ਕੇਸਿਸ ਦਿੰਦੇ ਵੀ ਨੇ ਜਿੱਥੇ ਇੱਕ ਜੈਨੂਇਨ ਕੇਸ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਨਿਪਨ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਇਨਕਮ ਟੈਕਸ ਦੇ ਜੋ ਵੀ ਸਵਾਲ ਸੀਗੇ, ਮੈਨੂੰ ਲੱਗਦਾ ਹੈ NRIs ਚਾਹੇ ਸਾਡੇ ਭੈਣਾਂ ਨੇ ਚਾਹੇ ਵੀਰ ਨੇ, ਜਿਨ੍ਹਾਂ ਨੂੰ ਕੁਝ ਵੀ ਪ੍ਰੋਬਲਮਸ ਹੁੰਦੀਆਂ ਹੋਣਗੀਆਂ, ਮੈਨੂੰ ਲੱਗਦਾ ਕਿ ਇਸ ਐਪੀਸੋਡ ਦੇ ਵਿੱਚ, ਇਸ ਸ਼ੋਅ ਦੇ ਵਿੱਚ ਤੁਸੀਂ ਉਹ ਸਾਰੀ ਕਲੀਅਰ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਨੇਹਾ ਜੀ, ਥੈਂਕ ਯੂ ਸੋ ਮਚ। ਸੋ ਅਗਲੇ ਐਪੀਸੋਡ ਦੇ ਵਿੱਚ ਜੋ ਕਿ NRIs ਦੀ ਮੇਨ ਜੋ ਕੁਐਰੀਜ਼ ਹੁੰਦੀਆਂ ਹੈ, ਜੋ ਉਹਨਾਂ ਦੇ ਮੇਨ ਸਵਾਲ ਹੈ ਜਾਂ ਜਿਸ ਪ੍ਰੋਬਲਮ ਨੂੰ ਉਹ ਕਾਫੀ ਟਾਈਮ ਤੋਂ ਸੋਲਵ ਨਹੀਂ ਕਰ ਪਾ ਰਹੇ ਸੀ, ਸੁਲਝਾ ਨਹੀਂ ਪਾ ਰਹੇ ਸੀ, ਮੈਨੂੰ ਲੱਗਦਾ ਹੈ ਕਿ ਇਸ ਐਪੀਸੋਡ ਦੇ ਵਿੱਚ ਅਸੀਂ ਇਨਕਮ ਟੈਕਸ ਨੂੰ ਲੈ ਕੇ ਕਵਰ ਕੀਤਾ। ਅਗਲੇ ਵਾਰ ਜਿਹੜਾ ਐਪੀਸੋਡ ਹੋਏਗਾ ਜਿਸ ਟੌਪਿਕ ਨਾਲ ਰਿਲੇਟਡ, ਉਸ ਦੇ ਵਿੱਚ ਤੁਹਾਡੀ ਸਾਰੀ ਜਿਹੜੀ ਕੁਐਰੀਜ਼ ਹੈ ਜਾਂ ਜਿਹੜੀ ਤੁਹਾਡੀ ਸਾਰੀ ਜਿਹੜੀ ਤੁਸੀਂ ਚੀਜ਼ ਨੂੰ ਸਮਝਣਾ ਚਾਹ ਰਹੇ ਹੋ, ਅਸੀਂ ਅਗਲੇ ਐਪੀਸੋਡ ਦੇ ਵਿੱਚ ਕਵਰ ਕਰਾਂਗੇ। ਅੱਜ ਦੇ ਲਈ ਬਸ ਇੰਨਾ ਹੀ। ਸਤਿ ਸ਼੍ਰੀ ਅਕਾਲ।